अवल अल्लाह नूर उपाया कुदरत के सब बंदे एक नूर दे सब जग उपजा कौन भले को मंदे। ਮਾਨਸੇ ਜ਼ਿਲ੍ਹੇ ਦੇ ਵਿੱਚ ਝੁਨੀਰ ਬਲਾਕ ਦੇ ਵਿੱਚ ਖਿਆਲੀ ਚਾਲਾਂ ਵਾਲੀ ਪਿੰਡ ਹੈ, ਉੱਥੇ ਅਸੀਂ ਪਹੁੰਚੇ ਹਾਂ। ਮਾਨਸੇ ਦੇ ਇਸ ਖੇਤਰ ਦੇ ਵਿੱਚ ਇੱਕ ਆਪਾਂ ਨੂੰ ਇਹ ਵੀ ਮਾਲਵੇ ਦੇ ਵਿੱਚ ਮਿਲਦਾ ਕਿ ਪਿੰਡਾਂ ਦੇ ਵਿੱਚ ਛੱਪੜ ਅਜੇ ਵੀ ਕਾਇਮ ਨੇ ਅਤੇ ਅਜੇ ਵੀ ਕੁਝ ਇੱਦਾਂ ਦੀ ਜਗ੍ਹਾ ਜਿਹੜੀ ਹੈ ਸਾਨੂੰ ਮਿਲ ਜਾਂਦੀ ਹੈ ਜਿੱਥੇ ਖੁੱਲ੍ਹਾ, ਜਿੱਥੇ ਆਪਣਾ ਸਾਂਝੇ ਕਾਰਜ ਜਿਹੜੇ ਵਾਸਤੇ ਜਗ੍ਹਾ ਜਿਹੜੀ ਹੈ ਹੁੰਦੀ ਹੈ। ਸੋ ਆਪਾਂ ਇੱਥੇ ਸਰਦਾਰ ਧੰਨਾ ਸਿੰਘ ਜਿਹੜੇ ਕਿ ਇਸ ਕਿਸਾਨੀ ਸੰਘਰਸ਼ ਦੇ ਲੇਖੇ ਜਿਨ੍ਹਾਂ ਦੀ ਜਿੰਦ ਲੱਗੀ ਜਦੋਂ ਪਹਿਲਾ ਕੂਚ ਜਿਹੜਾ ਦਿੱਲੀ ਵੱਲ ਨੂੰ ਕੀਤਾ ਗਿਆ ਸੀ 26 ਤਰੀਕ ਨੂੰ। ਸੋ ਉਸ ਰਾਤ ਰਸਤੇ ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ। ਜਦੋਂ ਦਿੱਲੀ ਚਲੋ ਦਾ ਜਦੋਂ ਪਹਿਲਾ ਨਾਅਰਾ ਦਿੱਤਾ ਗਿਆ ਸੀ ਅਤੇ ਜਦੋਂ ਸ਼ੰਭੂ ਬਾਰਡਰ 'ਤੇ ਹੋਰ ਬੈਰੀਕੇਡ ਵਗੈਰਾ ਤੋੜ ਕੇ ਅਤੇ ਹੋਰ ਦੂਸਰੇ ਬਾਰਡਰਾਂ ਤੋਂ ਜਿਵੇਂ ਅੱਗੇ ਵਧੇ ਸੀ ਸਾਰੇ ਸਾਡੇ ਕਿਸਾਨ ਭਰਾ, ਉਸ ਵੇਲੇ ਉਹ ਪਹਿਲੇ ਦਿਨ ਹੀ ਉਸ ਜਥੇ ਦੇ ਵਿੱਚ ਉਹ ਗਏ ਸਨ। ਸੋ ਇਸ ਵਕਤ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਹਾਂ। ਇੱਥੇ ਇਹ ਪਿੱਛੇ ਉਹਨਾਂ ਦਾ ਘਰ ਆ ਧੰਨਾ ਸਿੰਘ ਹੋਰਾਂ ਦਾ। 45 ਸਾਲ ਦੀ ਉਮਰ ਦੇ ਵਿੱਚ ਮੈਂ ਸਮਝਦਾ ਬੜੀ ਇੱਕ ਜ਼ਿੰਮੇਵਾਰੀ ਵਾਲੀ ਇਹ ਉਮਰ ਹੁੰਦੀ ਹੈ ਜਦੋਂ ਘਰ ਪਰਿਵਾਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਅਤੇ ਬਹੁਤ ਸਾਰੀ ਪਰਿਵਾਰ ਨੂੰ ਉਮੀਦਾਂ ਹੁੰਦੀਆਂ ਨੇ ਅਤੇ ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਸ਼ਹਾਦਤ ਉਸ ਸਮੇਂ ਹੋਈ। ਉਸੇ ਰਾਤ ਹੀ 26 ਤਰੀਕ ਦੀ ਰਾਤ ਨੂੰ ਕਹਿ ਲਈਏ ਜਾਂ 27 ਦੀ ਸਵੇਰ ਨੂੰ ਤੜਕੇ ਨੂੰ, ਸੋ ਉੱਥੇ ਐਕਸੀਡੈਂਟ ਦੇ ਦੌਰਾਨ ਉਹਨਾਂ ਦੀ ਜੋ ਹੈ ਡੈਥ ਹੁੰਦੀ ਹੈ। ਸੋ ਅਸੀਂ ਉਹਨਾਂ ਦੇ ਘਰ ਆ ਗਏ ਹਾਂ। ਇੱਥੋਂ ਦਾ ਕਿਸਾਨੀ ਪਰਿਵਾਰ ਜਿਵੇਂ ਆਪਾਂ ਪਿੱਛੇ ਵੀ ਦੇਖੇ, ਸੋ ਮੈਂ ਸਮਝਦਾ ਕਿ ਸਾਦ ਮੁਰਾਦਾ ਪਰਿਵਾਰ ਹੈ। ਬੜਾ ਆਪਾਂ ਦੇਖ ਸਕਦੇ ਸੰਘਰਸ਼ੀਲ ਪਰਿਵਾਰ ਜਿੱਦਾਂ ਆਮ ਆਪਣੇ ਹੁੰਦੇ ਨੇ। ਸੋ ਇਹ ਪੁਰਾਣਾ ਇੱਕ ਟਰੈਕਟਰ ਹੈ, ਪਿੱਛੇ ਆਪਾਂ ਦੇਖ ਸਕਦੇ ਹਾਂ ਕਿ ਇਸ ਪਰਿਵਾਰ ਦਾ ਜੋ ਘਰ ਦਾ ਸਾਰਾ ਸਿਸਟਮ ਅਜੇ ਆਪਾਂ ਦੇਖ ਸਕਦੇ ਹਾਂ ਕਿ ਬੜਾ ਸੰਘਰਸ਼ੀਲ ਜੁਝਾਰੂ ਪਰਿਵਾਰ ਸਾਨੂੰ ਨਜ਼ਰ ਆ ਰਿਹਾ। ਸੋ ਇਹਨਾਂ ਦੇ ਘਰ ਅਸੀਂ ਪਹੁੰਚੇ ਹਾਂ। ਛੋਟਾ ਬੱਚਾ ਹੈ, ਸਾਡੇ ਭੈਣ ਜੀ ਮੌਜੂਦ ਨੇ। ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਸੰਗਤ ਏਡ ਦੀ ਟੀਮ ਇੱਥੇ ਪਹੁੰਚੀ ਹੈ। ਸੰਗਤ ਟੈਲੀਵਿਜ਼ਨ ਦੇ ਜ਼ਰੀਏ ਸਾਰਾ ਅਸੀਂ ਤੁਹਾਨੂੰ ਦਰਸਾ ਰਹੇ ਹਾਂ। ਸੋ ਵੇਖੋ, ਇੱਕ ਗੱਲ ਬਾਰ-ਬਾਰ ਸਾਡੇ ਸਾਹਮਣੇ ਆ ਰਹੀ ਹੈ ਕਿ ਉਹ ਜਿਹੜੇ ਯੋਧੇ ਉੱਥੇ ਸਾਰੇ ਬੈਠੇ ਨੇ ਨਾ, ਉਹ ਕੋਈ ਇਹ ਨਹੀਂ ਕਿ ਮੁਰੱਬਿਆਂ ਵਾਲੇ ਨੇ। ਉਹ ਛੋਟੀਆਂ ਕਿਸਾਨੀਆਂ, ਛੋਟੀ ਖੇਤੀ ਕਰਨ ਵਾਲੇ, ਆਪਣੀਆਂ ਮੱਝੀਆਂ ਦਾ ਦੁੱਧ ਡੇਅਰੀਆਂ 'ਚ ਪਾ ਕੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਚਲਾਉਣ ਵਾਲੇ। ਸੋ ਆਪਾਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ ਜੀ। ਸੋ ਇੱਥੇ ਅਸੀਂ ਆਹ ਵੇਖੋ ਜੀ, ਇਹ ਗ੍ਰੰਥੀ ਸਿੰਘ ਸੀਗੇ ਜੀ, ਧੰਨਾ ਸਿੰਘ ਜੀ। ਸੋ ਆਪਾਂ ਉਹਨਾਂ ਦੀ ਤਸਵੀਰ ਤੁਹਾਡੇ ਨਾਲ ਇੱਥੇ ਸਾਂਝੀ ਕਰਦੇ ਪਏ ਹਾਂ ਜੀ। ਧੰਨਾ ਸਿੰਘ ਚਹਿਲ। ਸੋ ਇਹਨਾਂ ਦੀ ਜੋ ਹੈ ਕੁਰਬਾਨੀ ਇਸ ਸੰਘਰਸ਼ ਦੇ ਲੇਖੇ ਲੱਗੀ 27 ਤਰੀਕ ਨੂੰ, 26 ਅਤੇ 27 ਦੀ ਰਾਤ ਦੇ ਵਿੱਚ ਉਹ ਜਿਹੜਾ ਹਾਦਸਾ ਵਾਪਰਿਆ। ਉਸ ਦੌਰਾਨ ਇਹਨਾਂ ਦੀ ਜੋ ਹੈ ਕੁਰਬਾਨੀ ਹੋਈ। ਸੋ ਹੋਰ ਵਿਚਾਰਾਂ ਆਪਾਂ ਅੱਗੋਂ ਪਰਿਵਾਰ ਦੇ ਨਾਲ ਸਾਂਝੀਆਂ ਕਰਦੇ ਹਾਂ ਜੀ। ਸੋ ਇਸ ਪਰਿਵਾਰ ਦੇ ਨਾਲ ਅਸੀਂ ਬੈਠੇ ਹਾਂ ਜੀ। ਸਰਦਾਰ ਧੰਨਾ ਸਿੰਘ ਚਾਲ ਜੋ ਗ੍ਰੰਥੀ ਸਿੰਘ ਦੀ ਸੇਵਾ ਵੀ ਕਰਦੇ, ਉਹਨਾਂ ਦਾ ਬੇਟਾ ਸਾਡੇ ਨਾਲ ਮੌਜੂਦ ਹੈ, ਨਾਲ ਸਾਡੇ ਭੈਣ ਜੀ ਨੇ। ਬੇਟਾ ਕੀ ਨਾਮ ਤੁਹਾਡਾ? ਹਰਵਿੰਦਰ ਸਿੰਘ। ਕਿਹੜੀ ਕਲਾਸ ਪੜ੍ਹਦੇ ਤੁਸੀਂ? 7th ਦੇ ਵਿੱਚ। ਕਿਹੜੇ ਸਕੂਲ ਜਾਂਦੇ ਹੋ ਤੁਸੀਂ? ਸਰਕਾਰੀ ਜਾਂਦੇ। ਪਹਿਲਾਂ ਕਿਹੜੇ ਸਕੂਲ ਪੜ੍ਹਦੇ ਸੀ? ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ। ਪਹਿਲਾਂ ਅਕੈਡਮੀ 'ਚ ਪੜ੍ਹਦੇ ਸੀ, ਹੁਣ ਸਰਕਾਰੀ 'ਚ। ਅਤੇ ਸੋ ਆਪਾਂ ਸਮਝ ਸਕਦੇ ਹਾਂ ਸਾਰੀਆਂ ਗੱਲਾਂ ਨੂੰ। ਇਹ ਸਾਡੇ ਭੈਣ ਜੀ ਨੇ। ਭੈਣ ਜੀ ਤੁਹਾਡਾ ਕੀ ਨਾਮ ਜੀ?
ਮਨਜੀਤ ਕੌਰ ਹੈ ਜੀ। ਥੋੜਾ ਜਿਹਾ ਦੱਸੋਗੇ ਕੀ ਘਟਨਾ ਵਾਪਰੀ ਸੀ ਸਰਦਾਰ ਧੰਨਾ ਸਿੰਘ ਹੋਰਾਂ ਦੇ ਨਾਲ ਜੀ? ਹਾਂਜੀ ਵੀ ਉਹ ਵੀ ਆਪਣੇ ਵੀ ਪਹਿਲਾਂ ਤਾਂ ਗ੍ਰੰਥੀ ਦੇ ਉਸ ਤੇ ਰਹਿੰਦੇ ਸੀਗੇ। ਹਾਂਜੀ। ਗੁਰਦੁਆਰਾ ਸਾਹਿਬ ਵੀ ਡਿਊਟੀ ਕਰਦੇ ਸੀਗੇ। ਅੱਛਾ ਜੀ। 12-13 ਸਾਲ ਉਹਨਾਂ ਨੇ ਡਿਊਟੀ ਕਰੀ ਹੈਗੀ। ਤੇ ਬਾਅਦ ਚ ਵੀ ਉਹ ਵੀ ਥੋੜੀ ਜਿਹੀ ਆਪਦੀ ਸਿਹਤ ਢਿੱਲੀ ਕਰਕੇ ਵੀ ਘਰ ਕੰਮ ਤੇ ਲੱਗ ਗਏ ਸੀ। ਹੁਣ ਜਦੋਂ ਦਾ ਵੀ ਇਹ ਆਪਣਾ ਅੰਦੋਲਨ ਚੱਲਿਆ ਸੀਗਾ, 3 ਕਾਨੂੰਨ ਪਾਸ ਹੋਏ ਸੀਗੇ, ਤੇ ਉਦੋਂ ਦਾ ਵੀ ਉਹ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਸੀਗੇ। ਵੀ ਉਹਨਾਂ ਦੇ ਮੂਹਰੇ ਲੱਗ ਕੇ ਸਾਰਾ ਵੀ ਕੰਮ ਕਰਦੇ ਸੀਗੇ, ਵੀ ਪਰਚੀਆਂ ਕਰਨੀਆਂ, ਕਟਾਉਣੀਆਂ, ਵੀ ਜ਼ਿੰਮੇਵਾਰੀ ਸੀ ਉਹਨਾਂ ਦੀ। ਦੇਖੋ ਵੀ ਮੂਹਰੇ ਉਹਨਾਂ ਨੇ ਡਿਊਟੀਆਂ ਵੀ ਲਾਉਣੀਆਂ ਧਰਨਿਆਂ ਤੇ ਜਾਣ ਪਿੱਛੇ। ਤੇ ਉਦਣ ਵੀ ਉਹ ਵੀ ਨਾਲ ਦੇ ਚਲੇ ਗਏ ਸੀਗੇ। ਵੀ ਬਾਅਦ 'ਚ ਉਹ 50 ਕਿਲੋਮੀਟਰ ਵੀ ਬਾਅਦ 'ਚ ਮੋਟਰਸਾਈਕਲ ਤੇ ਵੀ ਘਰ ਦੇ ਕੰਮ ਨਿਬੇੜ ਕੇ ਨਾਲ ਜਾ ਕੇ ਰਲੇ ਹੈਗੇ। ਅੱਛਾ ਜੀ। ਹਾਂਜੀ ਵੀ ਮਤਲਬ ਉਹ ਪਹਿਲਾਂ ਜੱਥਾ ਚਲਾ ਗਿਆ, ਪਿੱਛੋਂ ਮੋਟਰਸਾਈਕਲ ਤੇ ਗਏ ਨੇ? ਹਾਂਜੀ ਹਾਂਜੀ ਵੀ 50 ਕਿਲੋਮੀਟਰ ਰਸਤੇ 'ਚ ਜਾ ਕੇ ਇਹਨਾਂ ਨੇ ਮੋਟਰਸਾਈਕਲ ਖਿਲਾਰਿਆ ਗਾ ਤੇ ਉਹਨਾਂ ਦੇ ਨਾਲ ਵੀ ਰਲੇ ਹੈਗੇ। ਅੱਛਾ ਜੀ। ਦੂਸਰੇ ਦਿਨ ਵੀ ਸਵੇਰੇ 3:15 ਵਜੇ ਵੀ ਉਹ ਦੁਬਾਰੇ ਇਹ ਚੱਲੇ ਹੈਗੇ। ਤੇ ਉਹ 15 ਕੁ ਮਿੰਟ ਹੋਏ ਸੀ ਚੱਲੇ ਨੂੰ। ਵੀ ਪਹਿਲਾਂ ਤਾਂ ਪਿੱਛੇ ਬੈਠੇ ਸੀ ਟਰਾਲੀ 'ਚ, ਤੇ ਬਾਅਦ 'ਚ ਵੀ ਉਹ ਡਰਾਈਵਰ ਕਹਿੰਦੇ ਵੀ ਸਾਨੂੰ ਨੀਂਦ ਆਉਣ ਲੱਗ ਜੂਗੀ, ਵੀ ਤੁਸੀਂ ਵੀ ਬਾਬਾ ਜੀ ਕਹਿ ਕੇ ਬੁਲਾਉਂਦੇ ਸੀ ਸਾਰੇ ਪਿੰਡ ਦੇ ਲੋਕ, ਵੀ ਤੁਸੀਂ ਬਾਬਾ ਜੀ ਨੂੰ ਵੀ ਸਾਡੇ ਕੋਲ ਭੇਜ ਦਿਓ, ਵੀ ਸਾਨੂੰ ਗੱਲੀ ਲਾ ਲੈਣਗੇ। ਤੇ 15 ਕੁ ਮਿੰਟ ਹੀ ਹੋਏ ਸੀ ਉਹਨਾਂ ਨੂੰ ਬੈਠਿਆਂ ਨੂੰ ਉਹਨਾਂ ਦੇ ਕੋਲ, ਵੀ ਜਦੋਂ ਇਹ ਘਟਨਾ ਹੋ ਗਈ ਸੀਗੀ। ਤੇ ਘਟਨਾ ਪ੍ਰਧਾਨ ਸਾਹਿਬ ਤੁਸੀਂ ਥੋੜਾ ਜਿਹਾ ਦੱਸ ਸਕਦੇ ਕਿੱਦਾਂ ਘਟਨਾ ਵਾਪਰੀ ਸੀ, ਕੀ ਕਾਰਨ ਬਣਿਆ ਦਾ? ਇਹ ਜੀ ਜਦੋਂ ਸਰਕਾਰ ਨੇ ਕਾਨੂੰਨ ਹੈ ਜਿਹੜੇ ਉਹ ਲਾਗੂ ਕਰਤੇ, ਉਹ ਕਾਨੂੰਨ ਵਾਪਸ ਕਰਵਾਉਣ ਵਾਸਤੇ ਕਿਸਾਨ ਦਿੱਲੀ ਨੂੰ ਜਾ ਰਹੇ ਸੀ। ਜਦੋਂ ਦਿੱਲੀ ਨੂੰ ਜਾ ਰਹੇ ਸੀ, ਰਾਹ 'ਚ ਧੰਨਾ ਸਿੰਘ ਦੇ ਟਰੈਕਟਰ ਦਾ ਐਕਸੀਡੈਂਟ ਹੋ ਗਿਆ। ਪਿੱਛੋਂ ਟਰਾਲਾ ਆਇਆ, ਉਹਨੇ ਫੇਟ ਮਾਰਤੀ। ਇਹ ਮੂਹਰੇ ਬੈਠੇ ਸੀ, ਮੂਹਰੇ ਟਰੈਕਟਰ ਤੋਂ ਤਿੜਕ ਗਏ, ਟਰੈਕਟਰ ਪਾਸੇ ਡਿੱਗ ਪਿਆ ਤੇ ਉੱਤਦੀ ਸਿਰ ਦੇ ਉੱਤੇ ਟਰਾਲਾ ਲੰਘ ਗਿਆ। ਉਸ ਕਾਰਨ ਮੌਤ ਹੋ ਗਈ। ਇੱਕ ਮੁੰਡੇ ਦੇ 2 ਦੇ ਸੱਟਾਂ ਵੀ ਲੱਗੀਆਂ, ਇੱਕ ਦਾ ਹੱਥ ਵੀ ਕੁਚਲਿਆ ਗਿਆ ਸੀ ਟਰਾਲੇ ਵੱਲੋਂ। ਤੇ ਬਹੁਤ ਮਾੜੀ ਘਟਨਾ ਹੋਈ। ਇਹ ਪਹਿਲੀ ਜਾਨ ਸੀ ਜਿਹੜੀ ਮੋਦੀ ਸਰਕਾਰ ਨੇ ਸਾਡੇ ਕਿਸਾਨ ਦਾ ਜਿਹੜਾ ਗ੍ਰੰਥੀ ਸੀ ਉਹਦਾ ਸੀਸ ਲਿਆ। ਪਤਾ ਨਹੀਂ ਹਜੇ ਤਾਈਂ ਸਾਡੇ 200-300 ਸੀਸ ਲੈ ਚੁੱਕੀ। ਹਜੇ ਕਿੰਨੇ ਕੁ ਸਰਕਾਰ ਸੀਸਾਂ ਦਾ ਕਿਸਾਨਾਂ ਦਾ ਮੁੱਲ ਪਾਊਗੀ? ਇਹ ਨਰੰਗੇ ਰਾਜੇ ਨੂੰ ਵੀ ਸਰਕਾਰ ਟੱਪੀ ਹੋਈ ਹੈ ਜੀ। ਇਹ ਅਸੀਂ ਕਹਿ ਲਈਏ ਜੀ, ਬਹੁਤ ਘਟਨਾ ਹੋ ਰਹੀਆਂ। ਜੇ ਤੁਸੀਂ ਧੰਨਾ ਸਿੰਘ ਦੇ ਪਰਿਵਾਰ ਦਾ ਹਾਲ ਦੇਖੋ, ਘਰ ਦੇਖੋ, ਨਿੱਕੇ ਨਿੱਕੇ ਬੱਚੇ ਹੈ, ਘਰ ਵਾਲੀ ਨੌਜਵਾਨ ਹੈ, ਕਿਵੇਂ ਅੱਜ ਕੋਈ ਨਹੀਂ ਰਿਹਾ ਪੁੱਤ ਕਹਿਣ ਵਾਲਾ ਬੱਚਿਆਂ ਨੂੰ, ਨਾ ਬੱਚਿਆਂ ਨੂੰ ਬਾਪ ਟੱਕਰਨਾ ਹੈ। ਤੇ ਇਹ ਸਰਕਾਰਾਂ ਤਾਂ ਵਾਰੀ-ਵਾਰੀ ਬਣਦੀਆਂ ਰਹਿਣਗੀਆਂ ਤੇ ਇਹ ਜ਼ਿੰਦਗੀ ਕਦੇ ਨਹੀਂ ਵਾਪਸ ਆਉਣੀ। ਅਸੀਂ ਸਰਕਾਰਾਂ ਨੂੰ ਕਹਿੰਦੇ ਹਾਂ ਵੀ ਹਜੇ ਵੀ ਤੁਸੀਂ ਕੰਧ ਤੇ ਲਿਖਿਆ ਪੜ੍ਹ ਲਓ, ਸਾਡੀਆਂ ਜਾਨਾਂ ਨਾ ਲਓ, ਨਾ ਸਾਨੂੰ ਜਾਨਾਂ ਦੇਣ ਵਾਸਤੇ ਮਜਬੂਰ ਕਰੋ, ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਕਰੋ। ਬਿਲਕੁਲ ਮੈਂ ਸਮਝਦਾ ਕਿ ਗੱਲ ਤਾਂ ਬੜੀ ਸਿੱਧੀ ਸਪਸ਼ਟ ਹੀ ਆ, ਪਰ ਇਹ ਜਿਹੜੇ ਪਰਿਵਾਰ ਨੇ ਆਪਾਂ ਦੇਖ ਸਕਦੇ ਹਾਂ। ਹਾਂ ਅੱਗੇ ਹੋ ਜਾ ਬੇਟਾ ਤੁਸੀਂ, ਕੋਈ ਨਾ। ਸੋ ਆਹ ਛੋਟੀ ਬੇਟੀ ਹੈ ਜੀ ਇਹਨਾਂ ਦੀ, ਤੇ ਆਪਾਂ ਸਮਝ ਸਕਦੇ ਹਾਂ ਕਿ ਇਸ ਉਮਰ ਦੇ ਵਿੱਚ ਬੱਚਿਆਂ ਨੂੰ ਕਿੰਨੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਬਾਪ ਤੇ ਸਾਏ ਦੀ। ਪਰ ਉਸ ਸੰਘਰਸ਼ ਦੇ ਵਿੱਚ ਜਿਹੜੀ ਗੱਲ ਹੁਣੇ ਸਾਡੇ ਨਾਲ ਭਾਈ ਮਲਕੀਤ ਸਿੰਘ ਹੋਰਾਂ ਨੇ ਸਾਂਝੀ ਕੀਤੀ ਹੈ ਕਿ ਦਿੱਲੀ ਦੇ ਮੋਰਚੇ ਤੇ ਅੱਗੇ ਵਧਦਿਆਂ ਹੋਇਆਂ ਇਹ ਪਹਿਲੀ ਕੁਰਬਾਨੀ ਸੀ ਜਿਹੜੀ ਇਸ ਸਾਡੇ ਭਾਈ ਸਾਹਿਬ ਹੋਰਾਂ ਦੀ, ਸਰਦਾਰ ਧੰਨਾ ਸਿੰਘ ਚਾਲ। ਸੋ ਮੈਂ ਸਮਝਦਾ ਕਿ ਇਹਨਾਂ ਗੱਲਾਂ ਨੂੰ, ਵੈਸੇ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਸੰਗਤ ਜੀ, ਤੁਹਾਨੂੰ ਵੀ ਇਹ ਸਾਰੀਆਂ ਚੀਜ਼ਾਂ ਵੇਖਣੀਆਂ ਔਖੀਆਂ ਹੋਣਗੀਆਂ, ਪਰ ਸਾਡੇ ਲਈ ਇਹ ਕਵਰ ਕਰਨਾ ਕੋ ਬਹੁਤ ਔਖਾ ਹੈ। ਇੱਕ ਦਿਨ ਦੇ ਵਿੱਚ ਇੰਨੇ ਸੋਗ ਵਾਲੇ ਘਰਾਂ ਦੇ ਵਿੱਚ ਜਾ ਕੇ ਗੱਲ ਕਰਨੀ ਨਾ, ਮੈਂ ਸਮਝਦਾ। ਪਰ ਤੁਹਾਡੀ ਦਿੱਤੀ ਹੋਈ ਉਹ ਸੇਵਾ, ਤੁਹਾਡਾ ਦਿੱਤਾ ਹੋਇਆ ਉਦਮ ਜਿਹੜਾ ਅਸੀਂ ਇੱਥੇ ਪਹੁੰਚਾਉਣਾ ਚਾਹੁੰਦੇ ਹਾਂ, ਕਿਉਂਕਿ ਇਹਨਾਂ ਦੇ ਨਾਲ ਅੱਜ ਖੜਾਂਗੇ ਨਾ ਤੇ ਇਹਨਾਂ ਬੱਚਿਆਂ ਨੂੰ, ਛੋਟੇ ਛੋਟੇ ਬੱਚੇ ਨੇ, ਉਹ ਸਾਡੀ ਧੀ ਬੈਠੀ ਆ, ਸਾਡੇ ਭੈਣ ਜੀ ਨੇ, ਇਹਨਾਂ ਨੂੰ ਇੱਕ ਧਰਵਾਸ ਬੜੀ ਜ਼ਰੂਰੀ ਹੈ ਕਿ ਹਾਂ ਸਾਡੀ ਕੌਮ ਸਾਡੇ ਨਾਲ ਖੜੀ ਆ। ਸਾਡੇ ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾ ਜਿਹੜੇ ਨੇ ਉਹ ਸਾਡੀ ਸਾਰ ਲੈਣ ਦੇ ਵਾਸਤੇ ਖੜੇ ਨੇ। ਸੋ ਅੱਜ
ਇਸ ਪਰਿਵਾਰ ਦੇ ਨਾਲ ਮੈਂ ਸਮਝਦਾ ਕਿ ਇੱਥੇ ਆਪਾਂ ਦੁੱਖ ਸਾਂਝਾ ਕਰਨ ਆਏ ਹਾਂ। ਦੇਖੋ, ਇਹਨਾਂ ਨੂੰ ਬੜੀ ਵੱਡੀ ਸਪੋਰਟ ਦੀ ਜ਼ਰੂਰਤ ਹੈ ਸਾਡੀ ਸਾਰਿਆਂ ਦੀ, ਤੇ ਜਿਹੜੀ ਆਪਾਂ ਦੇਣ ਵਾਸਤੇ ਆਏ ਹਾਂ ਉਹਦੇ ਨਾਲ ਹੀ ਨਾਲ ਮੈਂ ਸਮਝਦਾ ਕਿ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਹੋਰ ਅਗਲੇ ਜਿਹੜੇ ਕਾਰਜ ਨੇ ਉਹਨਾਂ ਦੇ ਵਾਸਤੇ ਜਿਹੜੇ ਸਾਡੇ ਜ਼ਿੰਮੇਵਾਰੀਆਂ ਨੇ ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਨਿਭਾਉਣੀਆਂ ਪੈਣਗੀਆਂ। ਸੋ ਇਹ ਸੰਗਤ ਏਡ ਵੱਲੋਂ ਜੋ ਸੇਵਾ ਹੈ ਇਹ ਭੈਣ ਜੀ ਆ ਸਾਡੇ ਵੱਲੋਂ ਤੁਸੀਂ ਕਬੂਲ ਕਰੋ ਜੀ। ਸੋ ਇਹ ਤੁਹਾਡੀ ਭੇਜੀ ਹੋਈ ਜਿਹੜੀ ਸੇਵਾ ਹੈ, ਕਿਉਂਕਿ 1 ਲੱਖ ਰੁਪਏ ਦੀ ਸੇਵਾ ਆਪਾਂ ਆਪਣੇ ਸਤਿਕਾਰਯੋਗ ਭੈਣ ਜੀ ਉਹਨਾਂ ਦੇ ਪਰਿਵਾਰ ਨੂੰ ਭੇਟ ਕਰਦੇ ਪਏ ਹਾਂ। ਇਹ ਦੁੱਖ ਵੰਡਾਉਂਦੇ ਹੋਏ ਆਪਾਂ ਉਹ ਘਾਟਾ ਜਿਹੜਾ ਉਹ ਤਾਂ ਕਦੀ ਵੀ ਨਹੀਂ ਪੂਰਾ ਹੋ ਸਕਦਾ, ਪਰ ਮੈਂ ਸਮਝਦਾ ਕਿ ਇਸ ਢੰਗ ਦੇ ਨਾਲ ਜੇ ਅਸੀਂ ਦੁੱਖ ਸੁੱਖ ਦੇ ਵਿੱਚ ਖੜਾਂਗੇ ਨਾ, ਸੋ ਖਾਸ ਤੌਰ ਤੇ ਮੈਂ ਸਮਝਦਾ ਕਿ ਇਹਨਾਂ ਇਲਾਕਿਆਂ ਦੇ, ਕਿਉਂਕਿ 200 ਦੇ ਕਰੀਬ ਜਾਂ ਉਸ ਤੋਂ ਵੀ ਸ਼ਾਇਦ ਵੱਧ ਕੁਰਬਾਨੀਆਂ ਹੋ ਚੁੱਕੀਆਂ ਨੇ, ਸੋ ਜਿੱਥੇ ਤੁਸੀਂ ਕੋਲੈਕਟਿਵਲੀ ਇਹ ਸਾਰੀ ਸੇਵਾ ਵਾਸਤੇ ਸਪੋਰਟ ਕਰਦੇ ਪਏ ਹੋ, ਉੱਥੇ ਮੈਂ ਸਮਝਦਾ ਜੇਕਰ ਕੋਈ NRI ਭਰਾ ਭੈਣ ਸਾਨੂੰ ਇਸ ਵੇਲੇ ਸੁਣਦੇ ਹੋਣ ਜਾਂ ਬਾਅਦ ਦੇ ਵਿੱਚ ਇੱਕ ਵੀਡੀਓ ਸੁਣਨ ਜਿਹੜੇ ਇਸ ਇਲਾਕੇ ਦੇ ਹੋਣ, ਉਹਨਾਂ ਨੂੰ ਮੈਂ ਸਮਝਦਾ ਕਿ ਇੱਕ ਹੋਰ ਜ਼ਿੰਮੇਵਾਰੀ ਸਾਂਭਣੀ ਪਏਗੀ ਕਿ ਆਉਂਦੇ ਸਮੇਂ 'ਚ ਜਦੋਂ ਵੀ ਕਿਤੇ ਤੁਸੀਂ ਗੇੜਾ ਮਾਰੋ, ਇਹਨਾਂ ਪਰਿਵਾਰਾਂ ਨੂੰ ਆਣ ਕੇ ਜ਼ਰੂਰ ਮਿਲਿਓ। ਇਹਨਾਂ ਬੱਚਿਆਂ ਨੂੰ ਆ ਕੇ ਹੌਸਲਾ ਦੇਣਾ ਸਾਡਾ ਫਰਜ਼ ਬਣਦਾ ਹੈ ਕਿ ਹਾਂ ਤੁਹਾਡੇ ਪਿਤਾ ਦੀ ਜਿਹੜੀ ਕੁਰਬਾਨੀ ਹੈ ਉਹ ਵਿਅਰਥ ਨਹੀਂ ਗਈ, ਉਹਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਆ। ਉਹ ਉਹਨਾਂ ਦਾ ਨਿੱਜੀ ਗਰਜ ਨਹੀਂ ਸੀ, ਕੋਈ ਪਰਸਨਲ ਕੰਮ ਨਹੀਂ ਸੀ ਜਾ ਰਹੇ। 50 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਜਾ ਕੇ ਕਾਫਲੇ ਨਾਲ ਰਲੇ ਨੇ ਜਾ ਕੇ। ਸੋ ਐਸੇ ਸੰਘਰਸ਼ੀ ਯੋਧਿਆਂ ਦੇ ਘਰਾਂ ਦੇ ਵਿੱਚ ਅਸੀਂ ਪਹੁੰਚੇ ਹਾਂ। ਸੋ ਭੈਣ ਜੀ, ਇਹਨਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਇਹਨੇ ਦੁੱਖੜੇ ਭੋਗਦੇ ਪਏ ਹਾਂ ਜੀ? ਹਾਂਜੀ, ਇਹਨਾਂ ਸਰਕਾਰਾਂ ਨੂੰ ਆਈ ਕਹਿੰਦੇ ਹੈਗੇ ਵੀ ਜਿਹੜੇ ਤੁਸੀਂ 3 ਕਾਨੂੰਨ ਪਾਸ ਕੀਤੇ ਹੈਗੇ ਵੀ ਉਹ ਆਪਦੇ ਵਾਪਸ ਲੈ ਲਓ। ਵੀ ਜਿਵੇਂ ਸਾਡੇ ਬੱਚਿਆਂ ਦੇ ਸਿਰ ਤੋਂ ਵੀ ਪਿਤਾ ਦਾ ਸਾਇਆ ਚਲਿਆ ਗਿਆ, ਵੀ ਹੋਰ ਤੁਸੀਂ ਕਿੰਨੇ ਕੁ ਬੱਚਿਆਂ ਦੇ ਸਿਰ ਤੋਂ ਪਿਤਾ ਦੇ ਸਾਏ ਉਹ ਕਰੋਗੇ। ਵੀ ਪਿਤਾ ਬਿਨਾਂ ਬੱਚਿਆਂ ਦਾ ਬਹੁਤ ਔਖਾ ਗਾ। ਸਾਨੂੰ ਪਤਾ ਗਾ, ਸਾਡੇ ਦਿਲ ਨੂੰ ਪਤਾ ਗਾ ਵੀ ਸਾਡੇ ਨਾਲ ਕੀ ਹੋ ਰਿਹਾ ਹੈ। ਸੋ ਬਿਲਕੁਲ ਇਹ ਤਾਂ ਜਿਹਨੂੰ ਲੱਗਦੀ ਹੈ ਕੌਣ ਜਾਣੇ ਪੀਰ ਪਰਾਈ ਵਾਲੀ ਗੱਲ ਹੈ, ਤੇ ਸਾਡੇ ਤਾਂ ਹਾਕਮ ਹੀ ਐਸੇ ਨੇ, ਉਹਨਾਂ ਦੀ ਐਸੀ ਪੀੜ ਉਹਨਾਂ ਨੇ ਕਦੀ ਦੇਖੀ ਨਹੀਂ, ਕਿਉਂਕਿ ਨਾ ਤਾਂ ਉਹਨਾਂ ਦਾ ਆਪਣਾ ਕੋਈ ਘਰ ਪਰਿਵਾਰ ਐਸਾ, ਨਾ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਅਹਿਸਾਸ ਹੋਏਗਾ। ਪਰ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਹੁਣ ਉਹਨਾਂ ਨੂੰ ਆਪਣਾ ਇਹ ਰਾਜ ਹੱਥ ਜਿਹੜਾ ਛੱਡ ਦੇਣਾ ਚਾਹੀਦਾ। ਸਾਡੇ ਨਾਲ ਸਾਡੀ ਬੇਟਾ ਕੀ ਨਾਮ ਤੁਹਾਡਾ? ਸੁਖਦੀਪ ਕੌਰ, ਕਿਹੜੀ ਕਲਾਸ ਪੜ੍ਹਦੇ ਤੁਸੀਂ? 11th। 11th ਦੇ ਵਿੱਚ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਸਾਰੇ ਦਿਨ ਦੇਖਣੇ ਪੈ ਰਹੇ ਮਾੜੇ? ਅਸੀਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਉਹਨਾਂ ਨੇ 3 ਕਾਲੇ ਕਾਨੂੰਨ ਪਾਸ ਕੀਤੇ ਆ ਵੀ ਉਹਨਾਂ ਨੂੰ ਹੁਣ ਉਹ ਰੱਦ ਕਰ ਦੇਣ, ਨਹੀਂ ਕਿੰਨੇ ਕੁ ਹੋਰ ਕਿਸਾਨਾਂ ਦੀ ਵੀ ਉਹ ਜਾਨ ਲੈਣਾ ਚਾਹੁੰਦੇ ਨੇ। ਬਿਲਕੁਲ ਇਹ ਲਫ਼ਜ਼ ਕਹਿਣੇ ਜਿਹੜੇ ਨੇ ਨਾ ਬੜੇ ਔਖੇ ਹੁੰਦੇ ਨੇ। ਆਪਾਂ ਸਮਝ ਸਕਦੇ ਹਾਂ ਕਿ 7ਵੀਂ ਜਾਂ 11ਵੀਂ ਦੇ ਵਿੱਚ ਪੜ੍ਹਦੇ ਬੱਚੇ ਜਿਹੜੇ ਨੇ, ਆਪਾਂ ਸਾਰੇ ਗ੍ਰਸਤੀਆਂ ਬੱਚਿਆਂ ਵਾਲੇ ਹਾਂ। ਸੋ ਸਾਡੇ ਭਾਈ ਸਾਹਿਬ ਤੇ ਇੱਧਰ ਸਾਡੇ ਨਾਲ ਹੋਰ ਇਲਾਕੇ ਦੇ ਪਤਵੰਤੇ ਬੈਠੇ ਹੋਏ ਨੇ। ਹਾਂਜੀ ਵੀਰ ਜੀ, ਤੁਹਾਡਾ ਕੀ ਨਾਮ ਹੈ ਜੀ? ਗੁਰਪਾਲ ਸਿੰਘ ਜੀ। ਹਾਂਜੀ, ਤੁਸੀਂ ਇਹ ਸਾਰੀ ਘਟਨਾ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਬਹੁਤ ਮਾੜੀ ਘਟਨਾ ਹੋਈ ਹੈ ਜੀ। ਅਸੀਂ ਇਹਨੂੰ ਮਾੜੀ ਕਹਾਂਗੇ ਕਿ ਸਾਡੇ ਪਿੰਡ ਦਾ ਇੱਕ ਹੋਣਹਾਰ ਨੌਜਵਾਨ ਗੁਰਸਿੱਖ ਸਰਦਾਰ ਧੰਨਾ ਸਿੰਘ ਜੀ ਆਪਦੇ ਪਰਿਵਾਰ ਕੋਲੋਂ ਵਿਛੜ ਗਿਆ, ਸਾਡੇ ਪਿੰਡ ਕੋਲੋਂ ਵਿਛੜ ਗਿਆ, ਜਿਹਦਾ ਪਿੰਡ ਦੇ ਵਿੱਚ ਬਹੁਤ ਸਾਰਾ ਮਾਨ ਸਤਿਕਾਰ ਸੀ। ਕਿਉਂਕਿ ਉਸ ਦਿਨ ਪਿੰਡ ਦੇ ਦੂਸਰੇ ਕਿਸਾਨ ਚਲੇ ਗਏ ਸੀ, ਬਾਅਦ ਦੇ ਵਿੱਚ ਇਹਦੇ ਮਨ 'ਚ ਭਾਵਨਾ ਸੀ ਕਿਸਾਨੀ ਵਾਲੀ। ਕੁਝ ਸਮਾਂ ਪਿੱਛੋਂ ਅੱਗੇ ਜਾ ਕੇ 40-50 ਕਿਲੋਮੀਟਰ ਦੂਰ ਜਾ ਕੇ ਇਹ ਪਿੰਡ ਦੇ ਲੋਕਾਂ ਨਾਲ ਰਲਿਆ ਤੇ ਉੱਥੇ ਜਾ ਕੇ ਅੱਗੇ ਅਗਲੀ ਰਾਤ 26 ਨੂੰ ਰਾਤ 3 ਵਜੇ ਇਹ ਐਕਸੀਡੈਂਟ ਹੋਇਆ, ਜਿਹਦੇ ਵਿੱਚ ਇਹਨਾਂ ਦੀ ਮੌਤ ਹੋ ਗਈ। ਤੇ ਪਿੰਡ ਦਾ ਇੱਕ ਹੋਰ ਨੌਜਵਾਨ ਸੀ ਬਲਜਿੰਦਰ ਸਿੰਘ, ਜਿਹਦਾ ਹੱਥ ਬੁਰੀ ਤਰ੍ਹਾਂ ਮਸਲਿਆ ਗਿਆ ਸੀ। ਲੰਬਾ ਸਮਾਂ ਉਹ PGI ਵਿੱਚ ਦਾਖਲ ਰਿਹਾ ਜੀ, ਇਲਾਜ। ਅਤੇ ਹੋਰ ਵੀ
ਇੱਕ ਦੋ ਨੌਜਵਾਨਾਂ ਦੇ ਸੱਟਾਂ ਲੱਗੀਆਂ। ਬਹੁਤ ਮਾੜੀ ਘਟਨਾ ਹੋਈ ਤੇ ਸਾਡੇ ਪਿੰਡ ਦੇ ਇਸ ਨੌਜਵਾਨ ਨੇ ਮਤਲਬ ਪਹਿਲੀ ਸ਼ਹੀਦੀ ਸੀ ਕਿਸਾਨ ਸੰਘਰਸ਼ ਦੇ ਵਿੱਚ ਜੋ ਦਿੱਤੀ ਹੈ ਜੀ। ਸੋ ਬਿਲਕੁਲ ਦਿੱਲੀ ਵਾਲੇ ਸੰਘਰਸ਼ ਦੀ ਜਿਹੜੀ ਹੈ ਮੈਂ ਸਮਝਦਾ ਕਿ ਪਹਿਲੀ ਸ਼ਹਾਦਤ ਇਹਨਾਂ ਦੀ ਹੋਈ ਹੈ ਸਾਡੇ ਵੀਰ ਦੀ। ਤੁਹਾਡਾ ਨਾਮ ਵੀਰ ਜੀ? ਗੁਰਦੀਪ ਸਿੰਘ ਹੈ ਜੀ। ਤੁਹਾਡੇ ਧੰਨਾ ਸਿੰਘ ਜੀ ਦੀ ਕੀ ਲੱਗਦੇ ਸੀ? ਭਰਜਾਈ ਲੱਗਦੀ ਹੈ। ਹਾਂਜੀ ਸਕੇ ਭਰਾ ਸੀ। ਹਾਂ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਸਰਕਾਰਾਂ ਨੂੰ ਜਿਹੜੀਆਂ ਅਜੇ ਵੀ ਨਹੀਂ ਰੱਜੀਆਂ ਇਹ ਬਲੀਆਂ ਲੈ ਕੇ? ਇਹਨਾਂ ਨੂੰ ਰੱਦ ਕਰਨੇ ਚਾਹੀਦੇ ਕਾਨੂੰਨ ਜਿਹੜੇ ਤਿੰਨ। ਬਾਕੀ ਇਹਨੂੰ ਧੰਨਾ ਸਿੰਘ ਦੇ ਘਰਾਣੇ ਦੀ ਸੰਗ੍ਰਹਿਣੀ ਸ਼ਿਕਾਇਤ ਹੈ ਜੀ। 12-13 ਸਾਲ ਹੋ ਗਏ ਢਿੱਲੀ ਰਹਿੰਦੀ ਹੈ ਇਹ ਸਮਝਦੀ ਨਹੀਂ ਸਰਕਾਰ। ਕੋਈ ਕਿਸੇ ਨੂੰ ਤਾਂ ਸਮਝਣਾ ਚਾਹੀਦਾ ਜੀ। ਸਾਡਾ ਤਾਂ ਪਹਿਲਾਂ ਸੀ ਉੱਜੜ ਗਿਆ ਘਰ, ਹੋਰ ਪਤਾ ਨਹੀਂ ਕਿੰਨੇ ਕੁ ਵੱਟਣਗੇ। ਆ ਛੋਟੇ ਛੋਟੇ ਬੱਚੇ ਆ ਦੇਖ ਲਓ। ਮਾਂ ਪਿਓ ਸਾਡਾ ਛੋਟੇ ਛੋਟੇ ਨਾਲ ਗੁਜ਼ਰ ਗਿਆ ਸੀਗਾ। ਅੱਛਾ ਜੀ। 7-7 ਸਾਲ ਦੇ ਸੀ, 8-8 ਸਾਲ ਦੇ ਸੀ। ਮੇਰੇ ਡੈਡੀ ਦੀ ਡੈਥ ਹੋਈ ਨੂੰ 35 ਸਾਲ ਹੋ ਗਈ। 17 ਸਾਲ ਹੋ ਗਏ ਮੇਰੀ ਮਾਤਾ ਡੈਥ ਹੋਈ ਨੂੰ। ਸਾਡਾ ਤਾਂ ਵੱਡਾ ਇਹੀ ਸੀਗਾ ਜੀ, ਇਹ ਵੀ ਖੋ ਰਿਹਾ। ਸੋ ਆਪਾਂ ਮਹਿਸੂਸ ਕਰ ਸਕਦੇ ਹਾਂ ਕਿ ਪਰਿਵਾਰਾਂ ਨੂੰ ਜੋ ਝਟਕੇ ਲੱਗਦੇ ਨੇ ਇਹ ਉਹਨਾਂ ਦੇ ਸਕੇ ਭਰਾ ਨੇ ਛੋਟੇ। ਮਾਤਾ ਪਿਤਾ ਪਹਿਲਾਂ ਗੁਜ਼ਰ ਗਏ ਤੇ ਹੁਣ ਛੋਟੇ ਛੋਟੇ ਬੱਚਿਆਂ ਦਾ ਮੈਂ ਸਮਝਦਾ ਕਿ ਬਹੁਤ ਵੱਡਾ ਕੱਟ। ਸੋ ਖੇਤੀਬਾੜੀ ਕਰਦੇ ਸੀ ਭਾਈ ਸਾਹਿਬ? ਹਾਂਜੀ ਖੇਤੀਬਾੜੀ। ਹਾਂਜੀ ਤੇ ਇਹ ਸਾਡੇ ਭਾਈ ਸਾਹਿਬ ਬੈਠੇ ਨੇ ਨਾਲ। ਤੁਹਾਡਾ ਕੀ ਨਾਮ ਹੈ ਜੀ? ਬਲਕਾਰ ਸਿੰਘ ਜੀ। ਤੁਹਾਡੇ ਵੀ ਇਸ ਦੌਰਾਨ ਹੀ ਅਮਰਕਲ ਸੱਟ ਲੱਗੀ ਜਿਹੜੀ? ਮੇਰੇ 26 ਤਰੀਕ ਨੂੰ ਜੀ ਜੋ ਅੰਦੋਲਨ ਤੇ ਅਸੀਂ ਜਾ ਰਹੇ ਸੀਗੇ ਰਸਤੇ 'ਚ। ਅੱਛਾ ਜੀ। ਉਥੋਂ ਟਰੈਕਟਰ ਰੋਕ ਕੇ ਅੱਧੇ ਟਰੈਕਟਰ ਸਾਡੇ ਟਪਾਏ, ਅੱਧੇ ਰੋਕ ਕੇ ਮੁੜ ਕੇ ਪੁਲਿਸ ਨੇ ਇੰਨਾ ਧੱਕਾ ਕਰਕੇ ਸਾਡੇ ਨਾਲ ਸਾਡੇ ਮੰਨ ਲਓ ਵੀ ਇੰਨੀ ਜ਼ਿਆਦਾ ਮੇਰੇ ਇੱਥੇ ਮੋਢੇ ਤੇ ਅੱਛਾ ਲੱਗੇ, ਇੱਥੇ ਗੋਲੇ ਲਾਏ ਉਹਨਾਂ ਨੇ, ਮਾਰੇ। ਅੱਛਾ ਜੀ। ਮੇਰੇ ਇੱਥੇ ਸਿਰ 'ਚ ਲੱਗਾ ਜੀ ਆ ਗਿਆ। ਅੱਛਾ ਜੀ। ਟਾਂਕੇ ਲੱਗੇ ਸੀਗੇ। ਅੱਛਾ ਜੀ। ਅੱਛਾ ਜਿਹੜਾ ਇੱਥੇ ਗੋਲਾ ਵੱਜਿਆ ਤੇ ਇੱਥੇ ਗੋਲਾ ਵੱਜਿਆ ਜੀ। ਅਥਰੂ ਗੈਸ ਵਾਲਾ? ਅਥਰੂ ਗੈਸ ਵਾਲਾ ਸਿੱਧੇ, ਬਿਲਕੁਲ ਸਿੱਧੇ ਮਾਰੇ ਜੀ ਜਮਾਂ। ਅੱਛਾ ਸਿੱਧੇ ਮਾਰੇ? ਹਾਂਜੀ। ਅੱਛਾ ਬਹੁਤ ਧੱਕਾ ਕਰਿਆ ਜੀ ਸਰਕਾਰ ਨੇ। ਸੋ ਸਿੱਧੇ ਗੋਲੇ ਜਿਹੜੇ ਆ ਮੈਂ ਸਮਝਦਾ ਕਿ ਬਾਹਾਂ ਦੇ ਉੱਤੇ ਮਾਰਨੇ ਤੇ ਸਿਰ 'ਚ ਵੀ ਲੱਗੇ। ਅੱਜ ਤੇ ਪੁੜਪੁੜੀ ਦੇ ਉੱਤੇ ਆ ਦੇਖੋ। ਹਾਂਜੀ ਆ ਦੇਖੋ। ਅੱਛਾ ਟਾਂਕੇ ਲੱਗੇ ਨੇ। ਟਾਂਕੇ ਲੱਗੇ। ਸੋ ਆਹ ਤਸਵੀਰ ਹੈ ਜੀ ਉਹ ਜਦੋਂ ਜ਼ਖਮ ਤਾਜ਼ਾ ਸੀ ਉਸ ਵੇਲੇ ਦੀ ਤਸਵੀਰ ਹੈ ਇਹ ਬਾਂਹ ਦੇ ਉੱਤੇ ਜੋ ਸੀ। ਸੋ ਬੜੀਆਂ ਧੱਕੇਸ਼ਾਹੀਆਂ ਸਰਕਾਰ ਨੇ ਕੀਤੀਆਂ, ਕਰਦੀ ਪਈ ਹੈ, ਪਰ ਮੈਂ ਸਮਝਦਾ ਕਿ ਇਹ ਸੰਘਰਸ਼ ਹੈ। ਸੰਘਰਸ਼ ਦਾ ਅਸੀਂ ਲੜਦੇ ਪਏ ਹਾਂ ਤੇ ਤਕੜੇ ਹੋ ਕੇ ਆਪਾਂ ਲੜਦੇ ਪਏ ਤੇ ਲੜਨਾ। ਪਰ ਨਾਲ ਹੀ ਨਾਲ ਇਹਨਾਂ ਯੋਧਿਆਂ ਦੇ ਪਰਿਵਾਰਾਂ ਦੇ ਨਾਲ ਆਪਾਂ ਖੜਦੇ ਵੀ ਪਏ ਹਾਂ, ਪਰ ਅੱਗੋਂ ਵੀ ਖੜਨਾ ਪੈਣਾ। ਸੋ ਇਹ ਸਾਡਾ ਇੱਥੋਂ ਦਾ ਭਾਈਚਾਰਾ। ਤੁਹਾਡਾ ਵੀ ਇਹੀ ਨਗਰ ਹੈ ਜੀ? ਹਾਂਜੀ। ਤੇ ਇਹਨਾਂ ਨਗਰ ਵਾਲਿਆਂ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ, ਇਹਨਾਂ ਭਰਾਵਾਂ ਦੀਆਂ ਚਾਚਿਆਂ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ। ਪਰ ਜੇ ਆਪਾਂ ਸਾਰੇ ਮਿਲ ਕੇ ਨਾਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜਾਂਗੇ ਤੇ ਮੈਂ ਸਮਝਦਾ ਇਹਨਾਂ ਦਾ ਦੁੱਖ ਜਿਹੜਾ ਉਹ ਘਟ ਜਾਏਗਾ, ਵੰਡਾਇਆ ਜਾ ਸਕੇਗਾ। ਸੋ ਇਹਨਾਂ ਪਰਿਵਾਰਾਂ ਦੇ ਨਾਲ ਅਸੀਂ ਆ ਕੇ ਤੁਹਾਡੀ ਭੇਜੀ ਸੇਵਾ ਜਿਹੜੀ ਆ ਉਹ ਸਾਂਝੀ ਕੀਤੀ, ਇਹਨਾਂ ਤੱਕ ਪਹੁੰਚਾਈ ਆ। ਤੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਵੀ ਇਹਨਾਂ ਦੇ ਨਾਲ ਵਿਚਾਰ ਕੀਤੀ ਗਈ ਹੈ ਕਿ ਬੜੂ ਸਾਹਿਬ ਦੀ ਅਕੈਡਮੀ ਇੱਥੇ ਨਜ਼ਦੀਕ ਹੈ ਤੇ ਉੱਥੇ ਜਾ ਕਰਕੇ ਇਹ ਬੱਚੇ ਜਿਹੜੇ ਨੇ ਆਪਣੀ ਅਗਲੀ ਪੜ੍ਹਾਈ, ਕਿਉਂਕਿ ਪਹਿਲਾਂ ਪ੍ਰਾਈਵੇਟ ਅਕੈਡਮੀ 'ਚ ਪੜ੍ਹਦਾ ਸੀ ਬੇਟਾ ਤੇ ਹੁਣ ਜੋ ਹੈ ਇਹਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਉਣਾ ਪਿਆ। ਪਰ ਮੈਂ ਸਮਝਦਾ ਕਿ ਇਹ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਇਹਨਾਂ ਬੱਚਿਆਂ ਦੇ ਵਾਸਤੇ ਖੜੀਆਂ ਨੇ ਤੇ ਇਹਨਾਂ ਬੱਚਿਆਂ ਦੇ ਨਾਲ ਸਾਨੂੰ ਹਰ ਢੰਗ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਤੇ ਤਾਂ ਕਿ ਇਹ ਦੁੱਖ ਜਿਹੜੇ ਨੇ ਵੱਡੇ ਦੁੱਖ ਹੋਵੇ, ਜੇ ਭੈਣ ਭਰਾ ਨਾਲ ਖਲੋਤੇ ਹੋਣ ਨਾ ਦੁੱਖ 'ਚ ਤੇ ਦੁੱਖ ਛੋਟਾ ਹੋ ਜਾਂਦਾ ਹੈ। ਸਰਦਾਰ ਜੀ।
ਜੇ ਵੰਡਾਇਆ ਜਾਏ ਤਾਂ ਦੁੱਖ ਘੱਟਦਾ। ਬਿਲਕੁਲ ਜੀ। ਪਰ ਸਾਡੇ ਨਗਰ ਨੇ ਬਹੁਤ ਸਹਿਯੋਗ ਦਿੱਤਾ ਪਰਿਵਾਰ ਦਾ, ਅੱਛਾ। ਪੂਰੇ ਪਰਿਵਾਰ ਦਾ। ਬਹੁਤ ਬਾਹਰੋਂ ਸਾਡੇ NRI ਵੀਰਜ਼ ਨੇ ਜਾਂ ਸਾਡੇ ਇਲਾਕੇ ਦੇ ਲੋਕਾਂ ਨੇ ਬਹੁਤ ਮਾਣ ਸਤਿਕਾਰ ਦਿੱਤਾ ਹੈ, ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਸ ਲਈ ਅਸੀਂ ਸਮੁੱਚੇ NRI ਭਰਾਵਾਂ ਦੇ, ਸਮੁੱਚੇ ਨਗਰ ਨਿਵਾਸੀਆਂ ਦੇ ਤੇ ਸਮੁੱਚੇ ਇਲਾਕਾ ਵਾਸੀਆਂ ਦੇ ਸਭ ਦੇ ਧੰਨਵਾਦੀ ਹਾਂ। ਤੁਸੀਂ ਵੀ ਆ ਕੇ ਸਾਡੇ ਨਾਲ ਵੜੂ ਸਾਹਿਬ ਅਕੈਡਮੀ ਵੱਲੋਂ ਪਰਿਵਾਰ ਦੀ ਮਦਦ ਕੀਤੀ ਹੈ, ਇਸ ਲਈ ਵੀ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਤੇ ਬੱਚਿਆਂ ਨੂੰ ਇਹਨਾਂ ਦੇ ਨੂੰ ਸਿੱਖਿਆ ਦੇਣ ਦਾ ਵੀ ਤੁਸੀਂ ਯਤਨ ਕੀਤਾ ਹੈ। ਸੰਗਤ ਏਡ ਵੱਲੋਂ ਅਸੀਂ ਜਿਹੜੀ ਸੰਗਤ ਏਡ। ਸੇਵਾ ਭੇਟ ਕੀਤੀ ਹੈ ਜੀ, ਤੇ ਬੜੂ ਸਾਹਿਬ ਅਕੈਡਮੀ ਵਾਲੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੇਣ ਦੇ ਵਾਸਤੇ ਉਹ ਸੇਵਾ ਦਾ ਉਹਨਾਂ ਨੇ ਪ੍ਰਣ ਕੀਤਾ ਹੋਇਆ ਜੀ। ਚਲੋ ਹਾਂਜੀ, ਜੋ ਸੰਗਤ ਏਡ ਵੱਲੋਂ ਤੁਸੀਂ ਦਿੱਤੀ ਹੈ ਹੈਲਪ, ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਾਂ ਹੋਰ NRI ਵੀਰਜ਼ ਕਿਉਂਕਿ ਹਰ ਰੋਜ਼ ਹੀ ਆਉਂਦੇ ਆ। ਅਸੀਂ ਕੋਸ਼ਿਸ਼ ਕੀਤੀ ਹੈ, ਸਾਡੇ ਪਿੰਡ ਦੇ ਹਰੇਕ ਵਿਅਕਤੀ ਨੇ ਜਿਹਦਾ ਕਿਸੇ ਨਾਲ ਕੰਟੈਕਟ ਸੀ, ਵੱਧ ਤੋਂ ਵੱਧ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋਰ ਵੀ ਅਸੀਂ ਕੁਝ ਵੀਰਾਂ ਨਾਲ ਯਤਨ ਕੀਤਾ ਹੈ ਤੇ ਪਰਮਾਤਮਾ ਸੁੱਖ ਰੱਖੇ ਅਸੀਂ ਇਹਨਾਂ ਦੇ ਮਕਾਨ ਦਾ ਕੰਮ ਸ਼ੁਰੂ ਕਰਵਾਵਾਂਗੇ, ਕਿਉਂਕਿ ਕਈ ਵੀਰ ਸਪੈਸ਼ਲੀ ਇਹ ਗੱਲ ਕਰਕੇ ਗਏ ਹੈ ਕਿ ਅਸੀਂ ਇਹਨਾਂ ਦੇ ਮਕਾਨ ਦੀ ਹਾਲਤ ਨੂੰ ਦੇਖਦੇ ਹੋਏ ਵੀ ਇਹਨਾਂ ਦੇ ਮਕਾਨ ਲਈ ਅਸੀਂ ਸਹਾਇਤਾ ਦਿੰਦੇ ਹਾਂ, ਦੇ ਕੇ ਵੀ ਗਏ ਹੈ। ਹੋਰ ਵੀ ਵੀਰ ਸਾਡੇ ਕੰਟੈਕਟ ਦੇ ਵਿੱਚ ਹੈ, ਜੋ ਅਸੀਂ ਛੇਤੀ ਪਰਮਾਤਮਾ ਸੁੱਖ ਰੱਖੇ ਅਸੀਂ ਇਹਨਾਂ ਦਾ ਇਹ ਕੰਮ ਸ਼ੁਰੂ ਕਰਵਾਵਾਂਗੇ ਜੀ। ਸੋ ਬਿਲਕੁਲ ਮੈਂ ਸਮਝਦਾ ਕਿ ਇਹ ਸੁਹਿਰਦ ਜਿਹੜੇ ਨੇ ਨਗਰ ਨਿਵਾਸੀ, ਉਹਨਾਂ ਦੇ ਐਸੇ ਉਪਰਾਲੇ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਤਾਂ ਅੱਜ ਆਏ ਹਾਂ, ਫਿਰ ਪਤਾ ਨਹੀਂ ਨਦੀ ਨਾਮ ਸੰਜੋਗੀ ਮੇਲੇ ਵਾਲੀ ਗੱਲ, ਪਰ ਜੇ ਐਸੇ ਜ਼ਿੰਮੇਵਾਰ ਨਗਰ ਨਿਵਾਸੀ ਹੋਣਗੇ ਤਾਂ ਫਿਰ ਅਸੀਂ ਇਹਨਾਂ ਦਾ ਦੁੱਖ ਹੋਰ ਬਿਹਤਰ ਢੰਗ ਦੇ ਨਾਲ ਵੰਡਾ ਸਕਾਂਗੇ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਅਸੀਂ ਅਖਲਾਕੀ ਫਰਜ਼ ਆਪਣਾ ਪਛਾਣਦੇ ਹੋਏ ਇਹਨਾਂ ਦਾ ਹਰ ਢੰਗ ਦੇ ਨਾਲ ਸਹਿਯੋਗ ਕਰੀਏ ਜੀ। ਇੱਕ ਗੱਲ ਜੋ ਅਸੀਂ ਵਿਸ਼ੇਸ਼ ਤੌਰ ਤੇ ਕਹਿਣੀ ਚਾਹੁੰਦੇ ਸਰਕਾਰ ਤੱਕ, ਕਿ ਸਰਕਾਰ ਨੂੰ ਇਹਨਾਂ ਪਰਿਵਾਰਾਂ ਦੀ, ਪੰਜਾਬ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ, ਭਾਵੇਂ ਕੀਤੀ ਵੀ ਹੈ। ਸਾਡੇ ਪਹਿਲਾ ਪ੍ਰੋਗਰਾਮ ਸੀ, ਸਰਕਾਰ ਵੱਲੋਂ ਵੀ ਕਾਫੀ ਯਤਨ ਕੀਤੇ ਗਏ, ਜੋ ਅਸੀਂ ਪਿੰਡ ਵੱਲੋਂ ਡਿਮਾਂਡ ਰੱਖੀਆਂ, ਪਰਿਵਾਰ ਵੱਲੋਂ ਰੱਖੀਆਂ, ਪੂਰੀਆਂ ਹੋਈਆਂ। ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਹੈ ਕਿ ਹਰ ਪਰਿਵਾਰ ਜਿਹਦਾ ਪਰਿਵਾਰ ਦਾ ਕੋਈ ਵੀ ਮੈਂਬਰ ਸ਼ਹੀਦ ਹੋਇਆ ਇਸ ਪ੍ਰੋਗਰਾਮ 'ਚ, ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ। ਅਸੀਂ ਇਹ ਮੰਗ ਕਰਦੇ ਹਾਂ ਪਿੰਡ ਵਾਸੀਆਂ ਵੱਲੋਂ ਤੇ ਇਹਨਾਂ ਦੇ ਪਰਿਵਾਰ ਵੱਲੋਂ ਕਿ ਪਰਿਵਾਰ ਦੇ ਕਿਸੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ, ਜਿੰਨਾ ਛੇਤੀ ਹੋ ਸਕਦਾ ਹੈ। ਉਹ ਹਰ ਪਰਿਵਾਰ ਨੂੰ ਅਸੀਂ ਕਹਾਂਗੇ ਕਿ ਜੋ ਵੀ ਸਾਡੇ ਪੰਜਾਬ ਦਾ ਕੋਈ ਵਿਅਕਤੀ ਸ਼ਹੀਦ ਹੋਇਆ ਉਹਨਾਂ ਸਭ ਨੂੰ ਨੌਕਰੀਆਂ ਦਿੱਤੀਆਂ ਜਾਣ, ਜਿਹਦਾ ਕੋਈ ਜ਼ਖਮੀ ਹੋਇਆ ਉਹਨਾਂ ਦੀ ਵੀ ਮਦਦ ਕੀਤੀ ਜਾਵੇ। ਜੀ ਬਿਲਕੁਲ। ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਨਾਲ ਵੀ ਖੜਾਉਣ ਦਾ ਜਿਹੜਾ ਬੜੀ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ, ਕਿਉਂਕਿ ਉਹ ਇਲਾਜ ਅੱਜ ਆਪਾਂ ਜਾਣਦੇ ਕਿ ਕਾਫੀ ਕੋਸਟਲੀ ਹੁੰਦੇ, ਕਾਫੀ ਮਹਿੰਗੇ ਹੁੰਦੇ ਨੇ। ਸੋ ਇਹ ਸਾਰੀਆਂ ਮੈਂ ਸਮਝਦਾ ਸਰਕਾਰਾਂ ਵੀ ਇਹਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੇ ਆਪਾਂ ਵੀ ਸਾਰੇ ਰਲ ਮਿਲ ਕੇ ਇਹ ਜਿਹੜਾ ਹੈ ਦੁੱਖ ਇਹਨਾਂ ਦਾ ਵੰਡਾਈਏ। ਸੋ ਇਸ ਢੰਗ ਦੇ ਨਾਲ ਇਹ ਪਰਿਵਾਰ ਜਿਹੜੇ ਨੇ ਇਸ ਝਟਕੇ ਨੂੰ, ਇਸ ਘਾਟ ਨੂੰ ਜਰ ਕੇ ਉਸ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਹੋਰ ਅੱਗੇ ਵੱਧ ਸਕਣ। ਸੋ ਆਪਾਂ ਦੇਖ ਸਕਦੇ ਹਾਂ ਕਿ ਇਸ ਸੰਘਰਸ਼ ਦੇ ਵਿੱਚ ਦਿੱਲੀ ਜਾਣ ਮੌਕੇ ਸਭ ਤੋਂ ਪਹਿਲੇ ਜਿਹੜੇ ਸਾਡੇ ਸ਼ਹੀਦ ਹੋਏ ਨੇ ਭਾਈ ਧੰਨਾ ਸਿੰਘ, ਤੇ ਇਹ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਇੱਥੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਸੀ। ਸਾਡੇ ਨਾਲ ਨਗਰ ਨਿਵਾਸੀ ਤੇ ਹੋਰ ਵੀਰ ਜਿਹੜੇ ਨੇ ਮੌਜੂਦ ਨੇ। ਸੋ ਇਸ ਢੰਗ ਦੇ ਨਾਲ ਆਪਾਂ ਰਲ ਮਿਲ ਕੇ ਇਹਨਾਂ ਪਰਿਵਾਰਾਂ ਦਾ ਦੁੱਖ ਜਿਹੜਾ ਉਹ ਵੰਡਾ ਸਕੀਏ। ਮੈਂ ਸਮਝਦਾ ਇੱਕ ਬੜਾ ਵੱਡਾ ਇਹ ਵੀ ਇੱਕ ਸੇਵਾ ਦਾ ਕਾਰਜ ਹੈ ਜਿਹੜਾ ਤੁਸੀਂ ਸਾਰੇ ਰਲ ਮਿਲ ਕੇ ਕਰਦੇ ਪਏ ਹੋ, ਤੇ ਸਾਨੂੰ ਇਹ ਸੇਵਾ ਦਿੱਤੀ ਹੈ ਕਿ ਅਸੀਂ ਇੱਥੇ ਆ ਕੇ ਇਹਨਾਂ ਪਰਿਵਾਰਾਂ ਤੱਕ ਇਹ ਸੇਵਾ ਪਹੁੰਚਾ ਸਕੀਏ।